ਜਿੱਦਾਂ ਮੈਂ ਆ ਇੱਕ ਟੈਕਸਟ ਟੂਲ ਨੂੰ ਕਲਿੱਕ ਕਰਕੇ ਆਰਟਿਸਟਿਕ ਟੈਕਸਟ ਕੁਛ ਲਿਖ ਲਿਆ। ਹੁਣ ਮੈਂ ਇਹਦੇ 'ਤੇ ਕੰਟੂਰ ਟੂਲ ਯੂਜ਼ ਕਰਕੇ ਇਹਦਾ ਕੰਮ ਦੱਸਣਾ। ਆ ਹੈਗਾ ਇੰਟਰੈਕਟਿਵ ਕੰਟੂਰ ਟੂਲ। ਇਹਦਾ ਕੰਮ ਕੀ ਹੋ ਗਿਆ? ਇੰਟਰੈਕਟਿਵ ਕੰਟੂਰ ਟੂਲ। ਇੱਕ ਮਿੰਟ, ਇੱਥੇ ਨਾ ਇਫੈਕਟ ਦੇ ਵਿੱਚ ਕੰਟੂਰ ਕਮਾਂਡ ਵੀ ਹੈਗੀ ਆ। ਕਮਾਂਡ ਦੀ ਸਾਨੂੰ ਸਾਰਾ ਕੁਝ ਮਿਲ ਜੂਗਾ। ਕੰਟੂਰ ਕਮਾਂਡ ਅਪਲਾਈ ਕੀਤੀ ਤਾਂ ਇੱਥੇ ਆਪਣੇ ਕੋਲੇ ਕੰਟੂਰ ਕਮਾਂਡ ਦੇ ਵਾਸਤੇ ਇੱਕ ਡਾਕਰ ਵਿੰਡੋ ਖੁੱਲ੍ਹ ਗਈ। ਇਹ ਮੈਂ ਇਹਦੇ 'ਤੇ ਯੂਜ਼ ਕਰਕੇ ਦਿਖਾਉਣ ਵਾਸਤੇ ਨਾ ਮੈਂ ਆਊਟਸਾਈਡ ਕਹਿੰਦਾ। ਆਊਟਸਾਈਡ ਤੋਂ ਭਾਵ ਹੋਇਆ ਕਿ ਜਿਹੜੀ ਹੁਣ ਡਰਾਇੰਗ ਬਣੀ ਹੋਈ ਆ ਉਹਦੇ ਬਾਹਰ ਕਿੰਨੀਆਂ, ਇੱਥੇ ਮੈਂ ਸਟੈਪ ਲਿਖ ਦਿੰਦਾ। ਸਪੋਜ਼ ਕਰੋ 5, ਇਹਦੇ ਬਾਰ 5 ਵਾਰੀ NLC ਲਿਖਿਆ ਆ ਜਾਵੇ। ਇਹ ਆਫਸੈਟ ਬਹੁਤ ਜ਼ਿਆਦਾ ਆ, 2 mm ਇਹਨੂੰ ਮੈਂ ਘਟਾ ਲਵਾਂ। ਇਹਦੇ 'ਤੇ ਮੈਂ ਕਰ ਦਿੰਦਾ, ਮੰਨ ਲਓ ਸਪੋਜ਼ ਮੈਂ 1 mm ਕਰ ਦਿੰਦਾ, ਤਾਂ ਕੀ ਹੋਊਗਾ? ਜਿਹੜੀ ਹੁਣ ਡਰਾਇੰਗ ਜੋ ਆਬਜੈਕਟ ਬਣਿਆ ਹੋਇਆ 5 ਵਾਰੀ ਇਹਦੇ ਬਾਹਰ ਸੇਮ ਇਹੀ ਬਣ ਜਾਊਗਾ। ਔਰ ਜਿਹੜਾ ਇਸ ਤੋਂ ਬਾਹਰ ਪਹਿਲਾਂ ਇੱਕ ਬਣੂਗਾ 1 mm ਦੀ ਫਾਸਲਾ ਛੱਡ ਕੇ, ਫਿਰ ਦੂਜਾ, ਫਿਰ ਤੀਜਾ। ਅਪਲਾਈ ਕਰਕੇ ਦੇਖਿਓ। ਤੋ NLCI ਇੱਕ ਚੀਜ਼ ਬਣੀ ਹੋਈ ਹੈ ਨਾ, ਉਹਦੇ ਵਰਗੀਆਂ ਹੀ 5 ਹੋਰ ਬਣ ਗਈਆਂ ਆਊਟਸਾਈਡ। ਤੇ ਇਹ ਨਾ ਐਂ ਲੱਗਦਾ ਜਿਵੇਂ ਮੋਟਾ ਹੋ ਗਿਆ, ਬੋਲਡ ਹੋ ਗਿਆ। ਤਾਂ ਇਹਦੇ 'ਚ ਨਾ 1 ਮਿੰਟ ਮੈਂ ਇਹਦੀਆਂ ਗੈਪਸ ਜਿਹੜੀ ਇੱਥੇ 5 ਨੂੰ 4 3 3 ਕਰ ਦਿੰਦਾ, ਥੋੜ੍ਹਾ ਜਿਹਾ ਘਟਾ ਲਿਆ। ਹੁਣ ਅਸਲ ਦੇ ਵਿੱਚ ਹੋਇਆ ਕੀ ਹੈ? ਇਹ NLCI ਜਿਹੜਾ ਵੀ ਆਬਜੈਕਟ ਸੀਗਾ ਉਹਦੇ ਵਰਗਾ ਹੀ ਸੇਮ ਕਾਪੀ ਹੋ ਕੇ ਇਸ ਤੋਂ ਵੱਡਾ, ਇੱਕ ਹੋਰ ਵੱਡਾ, ਇੱਕ ਹੋਰ ਵੱਡਾ, 3 ਇਹਦੇ ਉੱਤੇ ਲੇਅਰਾਂ ਚੜ੍ਹ ਗਈਆਂ, 3 ਤਹਿਾਂ ਚੜ੍ਹ ਗਈਆਂ। ਇਹ ਆ ਕੰਮ ਕੰਟੂਰ ਦਾ। ਇਹ ਆਊਟਸਾਈਡ ਚੜ੍ਹਿਆ ਕਿਉਂਕਿ ਆਪਾਂ ਨੇ ਕਿਹਾ ਸੀਗਾ ਟੂਵਰਡਸ ਆਊਟਸਾਈਡ। ਆਪਾਂ ਟੂਵਰਡਸ ਇਨਸਾਈਡ ਵੀ ਕਹਿ ਸਕਦੇ ਹਾਂ, ਅੰਦਰ ਬਾਹਰ ਨੂੰ। ਜਾਣੀ ਕਿ ਹੁਣ ਕੀ ਹੋਇਆ? ਉਹ ਆਬਜੈਕਟ ਦੀ ਕਾਪੀ ਵੱਡੀ ਹੋ ਕੇ ਬਾਹਰ ਬਣੀ, ਅਤੇ ਜੇ ਮੈਂ ਇਨਸਾਈਡ ਕਹੂੰਗਾ ਤਾਂ ਉਨੀ ਅੰਦਰ ਬਣੂਗੀ। ਇਨਸਾਈਡ ਜੇ ਮੈਂ ਪ੍ਰੈਕਟੀਕਲ ਕਰਕੇ ਦਿਖਾਉਣਾ ਆ, ਮੈਂ ਤੁਹਾਨੂੰ ਰੈਕਟੈਂਗਲ 'ਤੇ ਕਰਕੇ ਦਿਖਾਉਣਾ। ਮੰਨ ਲਓ ਆਪਾਂ ਆਹ ਰੈਕਟੈਂਗਲ ਬਣਾ ਲਿਆ, ਇਹ 'ਤੇ ਕੋਈ ਰੰਗ ਨਹੀਂ ਭਰਿਆ ਹੈ, ਖਾਲੀ ਹੈ। ਹਾਂ, ਇੱਥੇ ਵੀ ਜੇ ਮੈਂ ਇਹਦਾ ਕਲਰ ਖਾਲੀ ਕਰ ਦਵਾਂ ਤਾਂ ਹੋਰ ਵੀ ਬੈਟਰ ਦਿਖੂਗਾ। ਕਲਰ ਵੀ ਖਾਲੀ ਹੋ ਗਿਆ, ਇਹਦੀ ਆਊਟਲਾਈਨ ਵੀ ਖਾਲੀ ਹੋ ਗਈ। ਆਊਟਲਾਈਨ ਨੂੰ ਮੈਂ ਕੁਛ ਕਰ ਦੇਣਾ ਕਿ ਆਊਟਲਾਈਨ ਦੀ ਆਵੇ। ਹੁਣ ਇੱਥੇ ਹੋ ਕੀ ਰਿਹਾ? ਜਿਹੜੀ ਆ NLCI ਹੈ, ਇੱਕ ਵਾਰੀ ਸੀਗੀ ਇੱਦਾਂ ਦਾ ਹੀ, ਇੱਕ ਹੋਰ 3 ਬਣ ਗਏ ਹੈ ਨਾ। ਇਹ 3 ਬਣੇ ਨਾ, ਅਤੇ ਇਹਦੇ 'ਤੇ ਆਪਾਂ ਦਿੰਦੇ ਹਾਂ ਕੰਟੂਰ ਸਮਝਣ ਵਾਸਤੇ ਆਪਾਂ ਨੂੰ ਇਹ ਯੂਜ਼ ਕਰਨੀ। ਹੁਣ ਜੇ ਮੈਂ ਐਵੇਂ ਇੱਥੇ ਆਊਟਸਾਈਡ ਦੀ ਸੇਮ ਕਹਿ ਦੇਵਾਂ, ਸੇਮ 1 mm ਦੇ ਡਿਸਟੈਂਸ ਦੇ ਨਾਲ 3 ਨਵੇਂ ਆਬਜੈਕਟ ਹੋਰ ਇਹਦੇ ਆਊਟਸਾਈਡ ਬਣਨ, ਅਪਲਾਈ ਕੀਤਾ ਤਾਂ ਐਵੇਂ ਦਾ ਬਣ ਗਿਆ। ਇਹ 3 ਬਣ 30 ਬਣ, ਆਪਾਂ 30 ਕਰ ਸਕਦੇ ਹਾਂ। ਅਤੇ ਜਿਹੜਾ ਡਿਸਟੈਂਸ ਆ ਇਹ 1 mm ਹੈ, ਬੜਾ ਛੋਟਾ ਆ। ਆਪਾਂ ਇਹਨੂੰ ਵਧਾ ਲੈਂਦੇ ਹਾਂ, 2 mm ਕਰ ਦਿੰਦੇ ਹਾਂ, ਡਬਲ ਡਿਸਟੈਂਸ ਹੋ ਗਿਆ। ਤੋ ਕੰਟੂਰ ਆਊਟਸਾਈਡ ਤਾਂ ਇਹ ਦੇਖ ਲਿਆ ਨਾ। ਅਤੇ ਜੇ ਆਪਾਂ ਇਨਸਾਈਡ ਕਹਿੰਦੇ ਆ, ਇੱਦਾਂ ਹੀ ਅੰਦਰ ਬਾਹਰ ਨੂੰ 30 ਆਬਜੈਕਟ ਬਣ ਜਾਣੇ ਆ। ਅਪ ਟੂ ਸੈਂਟਰ ਦਾ ਮਤਲਬ ਹੈ ਐਂਡ ਤੱਕ ਜਿੰਨੇ ਵੀ ਮੈਕਸਿਮਮ ਬਣ। ਹੁਣ ਜਿੰਨਾ ਮੈਂ 30 ਕਹੇ ਸੀ, ਪਰ 15 ਹੀ ਬਣੇ ਨੇ। 15 ਹੀ ਕਿਉਂ ਬਣੇ ਨੇ? ਕਿਉਂਕਿ ਜਗ੍ਹਾ ਹੀ ਇੰਨੀ ਸੀਗੀ, 15 ਤੱਕ ਮੁੱਕ ਗਏ। ਮੰਨ ਲਓ ਮੈਂ ਇਨਸਾਈਡ 15 ਨਹੀਂ, ਮੈਂ 5 ਕਹਿ ਦਿੰਦਾ ਆ, 5 ਬਣੇ। ਅਪ ਟੂ ਸੈਂਟਰ ਦਾ ਮਤਲਬ ਹੈ ਅਖੀਰ ਤੱਕ ਜਿੰਨੇ ਬਣ ਸਕਦੇ ਉਨੇ ਬਣ ਜਾਣ। ਫਿਰ ਉਹਨੇ ਗਿਣਤੀ ਨਹੀਂ ਪੁੱਛੀ, ਡਿਸਟੈਂਸ ਆਪਾਂ ਦੱਸਤਾ ਵੀ 2 mm ਦਾ, ਤਾਂ 2 mm ਦੇ ਫਾਸਲੇ ਨਾਲ ਅੰਦਰ ਨੂੰ ਚੱਲੀ ਜਾਣਗੇ। ਜਿੰਨੇ ਵੀ ਮੈਕਸਿਮਮ ਬਣ ਸਕਦੇ ਉਨੇ ਬਣ ਜਾਣਗੇ। ਮੈਕਸਿਮਮ 15 ਹੀ ਬਣ ਸਕਦੇ ਆ, ਇਹ ਤੋਂ ਜ਼ਿਆਦਾ ਬਣ ਨਹੀਂ ਸਕਦੇ, ਅੰਦਰ ਜਗ੍ਹਾ ਹੈ ਨਹੀਂ ਗੀ। ਤੋ ਕੰਟੂਰ ਦਾ ਕੰਮ ਆਈ ਹੋਪ ਯੂ ਅੰਡਰਸਟੈਂਡ। ਇਹਦੇ ਵਿੱਚ ਇਸ ਤੋਂ ਇਲਾਵਾ ਇੱਕ ਚੀਜ਼ ਹੋਰ ਹੈ, ਕਲਰਸ ਕੰਟੂਰ 'ਚ ਹੀ। ਜਿੱਦਾਂ ਮੰਨ ਲਓ ਮੈਂ NLCI ਨੂੰ ਸਿਲੈਕਟ ਕਰ ਲਿਆ, ਇਹਦੇ ਵਿੱਚ ਮੈਂ ਇੱਕ ਗੱਲ ਦੱਸਣ ਲੱਗਾ ਸੀ ਕਲਰਸ ਵਾਲੀ। ਹੁਣ ਜਿੱਦਾਂ NLCI ਮੈਂ ਲਿਖਿਆ ਹੋਇਆ, ਇਹਦਾ ਕਲਰ ਸਪੋਜ਼ ਕਰੋ ਮੈਂ ਰੈੱਡ ਫਿਲ ਕਰ ਦਿੰਦਾ ਆ। ਰੈੱਡ ਫਿਲ ਹੋ ਗਿਆ। ਜਿਹੜੀ ਹੁਣ ਅੰਦਰ NLCI ਦਾ ਕਲਰ ਫਿਲ ਕੀਤਾ ਹੋਇਆ ਰੈੱਡ ਹੈ, ਅਤੇ ਜਿਹੜੇ ਇਹਦੇ ਨਾਲ ਨਵੇਂ ਆਬਜੈਕਟ ਬਣੇ ਇਹਦੀ ਆਊਟਲਾਈਨ ਬਲੈਕ ਹੈ। NLCI ਦੀ ਆਊਟਲਾਈਨ ਬਲੈਕ ਹੈ। ਤੋ ਆਪਾਂ ਚੱਲਦੇ ਹਾਂ ਕਲਰਸ 'ਤੇ। ਦੇਖਿਓ ਇੱਥੇ ਕੀ ਹੈ। ਇੱਥੇ ਕਹਿੰਦਾ ਕਿ ਜਿਹੜੀ ਆਊਟਸਾਈਡ ਵਾਲੀ ਲਾਸਟ ਵਾਲਾ ਆਬਜੈਕਟ ਆ, ਉਹਦਾ ਕਲਰ ਕੀ ਹੋਵੇ। ਉਹਦਾ ਆਹ 2 ਚੀਜ਼ਾਂ ਨੇ, ਇੱਕ ਆਊਟਲਾਈਨ, ਆ ਸਿੰਬਲ ਆਊਟਲਾਈਨ ਦਾ ਆ ਜਿੱਥੇ ਮੈਂ ਹੁਣ ਮਾਊਸ ਨੂੰ ਘੁਮਾ ਰਿਹਾ, ਅਤੇ ਜਿੱਥੇ ਮੈਂ ਹੁਣ ਮਾਊਸ ਨੂੰ ਘੁਮਾ ਰਿਹਾ ਇਹ ਸਿੰਬਲ ਜਿਹੜਾ ਹੈ ਫਿਲ ਟੂਲ ਦਾ ਆ, ਕਿ ਫਿਲ ਕਲਰ ਕਿੱਦਾਂ ਦਾ ਵੇ। ਹੁਣ ਅਸੀਂ ਇੱਥੇ ਇਹ ਕਿਹਾ ਹੈ ਕਿ ਜਿਹੜਾ ਤਾਂ ਮੈਂ ਇੱਥੋਂ ਜਦੋਂ ਰੈੱਡ ਕਰਤਾ, ਜਿਹੜਾ NLCI ਆਬਜੈਕਟ ਸਭ ਤੋਂ ਮੇਨ ਆਬਜੈਕਟ ਸੀਗਾ ਜਿਸ ਤੋਂ ਕੰਟੂਰ ਬਣਿਆ, ਉਹਦਾ ਕਲਰ ਰੈੱਡ ਹੈ। ਅਤੇ ਜਿਹੜਾ ਬਾਹਰਲਾ ਹੈ ਉਹਦਾ ਜਿਹੜਾ ਕਲਰ ਹੈ ਬਲੈਕ ਹੈ। ਤਾਂ ਫਿਰ ਉਹ ਰੈੱਡ ਤੋਂ ਹੌਲੀ ਹੌਲੀ ਬਲੈਕ ਹੁੰਦਾ ਗਿਆ।
ਤੇ ਜੇ ਅਸੀਂ ਚਾਹੁੰਦੇ ਹਾਂ ਕਿ ਬਾਹਰਲੇ ਦਾ ਕਲਰ ਯੈਲੋ ਕਰਨਾ ਆ ਤਾਂ ਮੈਂ ਇਹਨੂੰ ਕਲਿੱਕ ਕਰਕੇ ਇੱਥੇ ਯੈਲੋ ਕਰ ਦਵਾਂ। ਹੁਣ ਜੇ ਮੈਂ ਅਪਲਾਈ ਕਰੂੰਗਾ ਤਾਂ ਸਭ ਤੋਂ ਅੰਦਰਲਾ ਆਬਜੈਕਟ ਰੈੱਡ ਹੈ, ਸਭ ਤੋਂ ਬਾਹਰਲਾ ਆਬਜੈਕਟ ਉਹਦਾ ਫਿਲ ਕਲਰ ਯੈਲੋ ਬਣ ਗਿਆ, ਯਾਨੀ ਰੈੱਡ ਤੋਂ ਹੌਲੀ ਹੌਲੀ ਯੈਲੋ ਹੁੰਦਾ ਗਿਆ। ਰੈੱਡ ਤੋਂ ਯੈਲੋ ਹੋਣ ਵਾਸਤੇ ਨਾ ਆ ਕਲਰ ਬਾਕਸ ਚੈੱਕ ਕਰੋ, ਇਸ ਕਲਰ ਬਾਕਸ ਵਿੱਚ 7 ਰੰਗ ਨੇ, ਸਾਰੇ ਕਲਰਸ ਨੇ। ਜੇ ਇੱਥੋਂ ਇਹ ਕਹਿੰਦੇ ਆ ਰੈੱਡ ਤੋਂ ਸਾਰੇ ਕਲਰ ਨੇ, 7 ਰੰਗ ਤਾਂ ਹੈਗੇ, 7 ਤੋਂ ਬਾਕੀ ਕਲਰ ਵੀ ਬਣੇ ਹੋਏ ਨੇ। ਜੇ ਮੈਂ ਕਹੂੰਗਾ ਯੈਲੋ ਤੋਂ ਰੈੱਡ, ਆ ਡਾਇਰੈਕਟ ਯੈਲੋ ਤੋਂ ਰੈੱਡ ਬਣਨ ਵਾਸਤੇ ਨਾ ਸਿੱਧੀ ਇੱਕ ਡਾਇਰੈਕਟ ਲਾਈਨ ਹੈ। ਇੱਥੇ ਆਪਣੇ ਕੋਲ ਇੱਕ ਡਾਇਰੈਕਟ ਆ, ਇੱਕ ਆਇਆ ਕਲੌਕਵਾਈਜ਼ ਪਾਥ। ਇਹ ਨਾ ਤੁਹਾਨੂੰ ਮੈਂ ਦਿਖਾ ਤਾਂ ਪਾਊਂਗਾ ਜਿੱਥੇ ਆਬਜੈਕਟ ਜਾਂ ਤਾਂ ਵੱਡਾ ਕਰਾਂ, ਇੱਕ ਮਿੰਟ ਨੂੰ ਵੱਡਾ ਕਰਕੇ ਦੇ ਦਾਂ। ਮੈਂ ਇਹਨੂੰ ਵੱਡਾ ਕਰ ਲਿਆ ਤੇ ਇੱਥੇ ਮੈਂ ਇਹਨਾਂ ਦੀ ਗਿਣਤੀ, ਇਹਨਾਂ ਦਾ ਡਿਸਟੈਂਸ ਵਧਾਉਣਾ। ਇੱਕ ਮਿੰਟ, ਡਿਸਟੈਂਸ ਪੁਆਇੰਟ 2 mm ਦਾ ਕਰ ਲਿਆ। ਸਟੈਪ ਜਿਹੜੇ ਨੇ ਮੈਂ 3 ਨਹੀਂ, ਮੈਂ ਸਟੈਪ 30 ਕਰ ਲੈਣਾ। ਦੇਖਿਓ ਕੀ ਬਣਦਾ, ਬਹੁਤ ਵੱਡਾ ਬਾਹਰ ਨੂੰ ਆਬਜੈਕਟ ਬਣ ਜਾਊਗਾ ਜੀ। ਕੀ ਹੋਇਆ ਕਿ 2 mm ਦੇ ਫਾਸਲੇ ਨਾਲ 30 ਬਣ ਗਏ। ਹੁਣ ਜਿਹੜੇ 30 ਬਣੇ ਨੇ, ਸਭ ਤੋਂ ਅੰਦਰਲਾ ਆਬਜੈਕਟ ਆ ਉਹਦਾ ਕਲਰ ਰੈੱਡ ਆਪਾਂ ਨੇ ਪਹਿਲਾਂ ਹੀ ਕੀਤਾ ਹੋਇਆ ਸੀ। ਜਿਹੜਾ ਸਭ ਤੋਂ ਆਊਟਰ ਮੋਸਟ ਆਬਜੈਕਟ ਆ ਉਹਦਾ ਜਿਹੜਾ ਫਿਲ ਕਲਰ ਹੈ ਉਹ ਮੈਂ ਯੈਲੋ ਕਹਿਤਾ। ਰੈਕਟੈਂਗਲ ਹੈ? ਨਹੀਂ, ਇਹ ਰੈਕਟੈਂਗਲ ਨਹੀਂ ਹੈਗੀ। ਰੈਕਟੈਂਗਲ ਤਾਂ ਥੱਲੇ ਇਹਨਾਂ ਨੂੰ ਹਲੇ ਮੈਂ ਕੁਝ ਨਹੀਂ ਕੀਤਾ, ਇਹਨੂੰ ਸਾਈਡ ਤੇ ਕਰ ਦਿੰਦੇ ਆ। ਇਹ NLCI ਹੀ ਹੈ, ਜਿਹੜਾ ਉਹ ਟੈਕਸਟ ਆਬਜੈਕਟ ਆਪਾਂ ਨੇ ਆਰਟਿਸਟਿਕ ਟੈਕਸਟ ਬਣਾਇਆ ਹੋਇਆ, ਉਹ ਇੱਕ ਨਹੀਂ, ਉਹਦੇ ਉੱਤੇ 30 ਹੋਰ ਚੜ ਗਏ। ਉਸ ਤੋਂ ਵੱਡੇ 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 ਹੁੰਦੇ ਜਿਹੜੇ ਉਸ ਤੋਂ ਉੱਪਰਲੇ 30 ਨਵੇਂ ਬਣਾਏ ਹੋਏ ਨੇ। 30 ਦੇ ਵਿੱਚੋਂ ਸਭ ਤੋਂ ਜਿਹੜਾ ਟੌਪ ਦੇ ਉੱਤੇ ਹੈ, ਸਭ ਤੋਂ ਵੱਡਾ ਉੱਪਰਲਾ ਆ, ਉਹਦਾ ਜਿਹੜਾ ਕਲਰ ਹੈ, ਉਹਦੀ ਜਿਹੜੀ ਫਿਲ ਕਲਰ ਹੈ ਉਹ ਮੈਂ ਯੈਲੋ ਕਰਤੀ। ਹੁਣ ਜਦੋਂ ਸਭ ਤੋਂ ਉੱਪਰਲੇ ਦਾ ਕਲਰ ਯੈਲੋ ਹੈ, ਸਭ ਤੋਂ ਅੰਦਰਲਾ ਕਲਰ ਰੈੱਡ ਹੈ, ਤਾਂ ਯੈਲੋ ਤੋਂ ਰੈੱਡ ਹੁੰਦੇ ਹੁੰਦੇ ਹੌਲੀ ਹੌਲੀ ਹੁਣ ਇਹ ਡਾਇਰੈਕਟ ਪਾਥ ਹੈ। ਯੈਲੋ ਤੋਂ ਰੈੱਡ ਹੋਣ ਵਾਸਤੇ ਸਿੱਧਾ ਯੈਲੋ ਤੋਂ ਰੈੱਡ, ਸਿੱਧਾ ਹੀ ਯੈਲੋ ਤੋਂ ਰੈੱਡ ਤੋਂ ਯੈਲੋ, ਸਿੱਧਾ ਰੈੱਡ ਤੋਂ ਯੈਲੋ ਹੋ ਗਿਆ। ਜੇ ਮੈਂ ਇਹਨੂੰ ਕਹਿ ਦੇਵਾਂ ਮੰਨ ਲਓ ਕਾਊਂਟਰ ਕਲੌਕਵਾਈਜ਼, ਤਾਂ ਇਨ ਬਿਟਵੀਨ ਦੇਖੋ ਰੈੱਡ ਤੋਂ ਯੈਲੋ ਰੈੱਡ ਤੋਂ ਯੈਲੋ ਆਉਣ ਵਾਸਤੇ ਘੁੰਮਦਾ ਨਾ, ਵਿਚਾਲੇ ਨੀਲਾ ਕਲਰ ਵੀ ਆਊਗਾ, ਆ ਸਕਾਈ ਕਲਰ ਵੀ ਆਊਗਾ, ਗ੍ਰੀਨ ਵੀ ਆਊਗਾ, ਤਦ ਜਾ ਕੇ ਕਿਤੇ ਯੈਲੋ ਆਊਗਾ। ਹੁਣ ਜਦੋਂ ਤੁਸੀਂ ਅਪਲਾਈ ਕਰੋਗੇ ਤਾਂ ਇਨ ਬਿਟਵੀਨ ਉਹ ਸਾਰੇ ਕਲਰ ਆ ਗਏ, ਇੱਕ ਕਲਰ ਬਾਕਸ ਦੇ ਵਿੱਚੋਂ ਦੀ ਸਾਰੇ ਕਲਰ ਆ ਗਏ। ਜੇ ਮੈਂ ਡਾਇਰੈਕਟ ਕਹਿ ਦੂੰਗਾ, ਇਹਦਾ ਮਤਲਬ ਇਹ ਹੋਇਆ ਆ ਡਾਇਰੈਕਟ ਬਾਤ ਹੈ। ਇੱਕ ਹੈਗਾ ਕਾਊਂਟਰ ਕਲੌਕਵਾਈਜ਼ ਹੈ, ਇੱਕ ਹੈ ਕਲੌਕਵਾਈਜ਼ ਹੈ। ਇੱਕ ਕਲੌਕਵਾਈਜ਼, ਇੱਕ ਐਂਟੀ ਕਲੌਕਵਾਈਜ਼, ਇੱਕ ਸਿੱਧਾ। ਤੋ ਜੇ ਆਪਾਂ ਜਿਵੇਂ ਵੀ ਕਹਾਂਗੇ ਇਨ ਬਿਟਵੀਨ ਦੇ ਸਾਰੇ ਕਲਰ ਉਵੇਂ ਵਿੱਚ ਜਾਣਗੇ। ਹੁਣ ਮੈਂ ਇਹਨੂੰ ਇੱਕ ਵਾਰੀ, ਪਹਿਲਾਂ ਮੈਂ ਕਿਹਾ ਸੀ ਕਾਊਂਟਰ ਕਲੌਕਵਾਈਜ਼, ਪਤਾ ਨਹੀਂ ਪਹਿਲਾਂ ਕਿਹੜਾ ਕਿਹਾ ਸੀਗਾ, ਇੱਕ ਵਾਰੀ ਕਲੌਕਵਾਈਜ਼, ਇੱਕ ਵਾਰੀ ਐਂਟੀ ਕਲੌਕਵਾਈਜ਼, ਪਹਿਲਾਂ ਹੀ ਗਿਆ ਹੋਇਆ। ਹੁਣ ਆਹ ਕਹਿ ਕੇ ਦੇਦਾ, ਹੁਣ ਇਹ ਕਿਹਾ ਤਾਂ ਸਿੱਧਾ ਆ ਗਿਆ ਨੇੜੇ, ਇਨ ਬਿਟਵੀਨ ਕੋਈ ਕਲਰ ਨਹੀਂ ਹੈਗੇ, ਇਹ ਡਾਇਰੈਕਟ ਦੀ ਤਰ੍ਹਾਂ ਹੀ ਹੋ ਗਿਆ। ਮੰਨ ਲਓ ਮੈਂ ਆਊਟਰ ਨੂੰ ਗ੍ਰੀਨ ਕਰ ਦੇਵਾਂ, ਆਊਟਰ ਨੂੰ ਸਕਾਈ ਕਰ ਦੇਣਾ, ਆਊਟਰ ਨੂੰ ਸਕਾਈ ਕਰਤਾ। ਹੁਣ ਅਪਲਾਈ ਕਰੋ ਤਾਂ ਇਨ ਬਿਟਵੀਨ ਜਿਹੜੇ ਕਲਰ ਨੇ ਉਹ ਘੁੰਮਣਗੇ, ਕਲਰਸ ਚੇਂਜ ਹੋਣਗੇ। ਯੈਲੋ ਨਾ ਰੈੱਡ ਤੋਂ ਸਕਾਈ ਤੱਕ ਆਉਣ ਵਾਸਤੇ ਵਿਚਕਾਰਲੇ ਸਾਰੇ ਕਲਰਸ ਸ਼ੋ ਹੋ ਰਹੇ ਨੇ। ਇਹ ਜਿਹੜੀ ਕਮਾਂਡ ਹੈ ਇਹ ਕਿਸੇ ਵੀ ਆਬਜੈਕਟ ਤੇ ਚਲਾ ਸਕਦੇ ਹਾਂ। ਜਿਵੇਂ ਹੁਣ ਮੈਂ ਇਹ NLC ਦੇ ਉੱਤੇ, ਯਾਨੀ ਕਿ ਇਹ ਮੈਂ ਚਲਾਈ ਹੈਗੀ ਹੈ ਟੈਕਸਟ, ਆਰਟਿਸਟਿਕ ਟੈਕਸਟ ਦੇ ਉੱਤੇ, ਇਹ ਤੇ ਵੀ ਚਲਾ ਸਕਦੇ ਹਾਂ। ਔਰ ਹੋਰ ਜਿਹੜੀ ਇਹਦੀ ਆਊਟਲਾਈਨ ਹੈ ਨਾ, ਉਹ ਬੜੀ ਬਰੀਕ ਜੀ ਹੈ, ਬਲੈਕ ਹੈ, ਉਹ ਬਲੈਕ ਆਊਟਲਾਈਨ ਘੱਟ ਦਿਖਦੀ ਹੈ, ਵਿਚਕਾਰ ਬਲੈਕ ਲਾਈਨਾਂ ਨੇ। ਤੁਸੀਂ ਇਹ ਕਰਿਓ, ਆਊਟਲਾਈਨ ਦਾ ਕਲਰ ਜਾਂ ਆਊਟਲਾਈਨ ਨੂੰ ਆਪਾਂ ਕਹਿੰਦੇ ਆਵੇ ਹੀ ਨਾ, ਜਾਂ ਆਊਟਲਾਈਨ ਦਾ ਕਲਰ ਵੀ ਸਕਾਈ ਕਰ ਦਿੰਦੇ ਆ। ਅਪਲਾਈ ਕੀਤਾ, ਹੁਣ ਆਊਟਲਾਈਨ ਵੀ ਸਕਾਈ ਹੋ ਗਈ। ਅਤੇ ਜਿਹੜੀ ਆ ਅੰਦਰਲੀ ਆਬਜੈਕਟ ਹੈ, ਅੰਦਰਲਾ ਜਿਹੜਾ ਆਬਜੈਕਟ ਹੈ, ਇਹਦੀ ਵੀ ਆਪਾਂ ਆਊਟਲਾਈਨ ਨੂੰ ਸੇਮ ਹੀ ਕਰ ਦਿੰਦੇ ਆ। ਅੰਦਰਲਾ ਕੰਟਰੋਲ ਨੂੰ ਕਿਵੇਂ ਸਿਲੈਕਟ ਕਰਨਾ, ਜਿਵੇਂ ਆਪਾਂ ਬਾਹਰ ਕਲਿੱਕ ਕਰਦੇ ਹਾਂ ਕਿਸੇ ਕੰਟੂਰ ਵਾਲੇ ਚੀਜ਼ ਉੱਤੇ ਤਾਂ ਪੂਰਾ ਕੰਟੂਰ ਸਿਲੈਕਟ ਹੋ ਗਿਆ। ਜਦੋਂ ਮੈਂ ਇਕੱਲੇ NLCI ਦੇ ਉੱਤੇ ਕਲਿੱਕ ਕਰੂੰਗਾ ਤਾਂ ਹੁਣ ਪੂਰਾ ਕੰਟੂਰ ਸਿਲੈਕਟ ਨਹੀਂ ਹੋਇਆ, ਹੁਣ ਇਕੱਲਾ NLCI ਸਿਲੈਕਟ ਹੋ ਗਿਆ, ਜਿਹੜਾ ਮੇਨ ਆਬਜੈਕਟ ਸੀਗਾ। ਇਹਨੂੰ ਆਪਾਂ ਕਹਿੰਦੇ ਹਾਂ ਕੰਟਰੋਲ ਟੈਕਸਟ, ਅਤੇ ਉਹ ਸਿਲੈਕਟ ਹੋ ਗਿਆ। ਇਹਦਾ ਜਿਹੜਾ ਨਾ ਫਿਲ ਕਲਰ ਹੈ ਉਹ ਤਾਂ ਮੈਂ ਰੈੱਡ ਕੀਤਾ ਹੋਇਆ, ਇਹਦੀ ਆਊਟਲਾਈਨ ਦਾ ਕਲਰ ਬਲੈਕ ਹੈ, ਮੈਂ ਇਹਦੀ ਆਊਟਲਾਈਨ ਦਾ ਕਲਰ ਵੀ ਰੈੱਡ ਕਰ ਦਿੰਦਾ, ਥੋੜ੍ਹਾ ਹੋਰ ਜਚੂਗਾ ਵੀ। ਜਿਹੇ ਜਿਹੀ ਆਊਟਲਾਈਨ ਆ ਉਵੇਂ ਦਾ ਹੀ ਹੋ, ਯੈਸ ਇੱਦਾਂ। ਇਹ ਆਊਟਲਾਈਨ, ਇਹ ਲੁੱਕ ਹੋਰ ਚੰਗੀ ਹੋਣ ਲੱਗੀ, ਕਿਵੇਂ ਲੱਗਣ ਲੱਗੀ, ਗਲੋ ਜਿਹਾ ਕਰਨ ਲੱਗਿਆ। ਅਤੇ ਇਹਦੇ ਜਿਹੜੇ ਆਬਜੈਕਟਸ ਨੇ ਉਹਦੀ ਗਿਣਤੀ 30 ਹੈ ਨਾ, ਆਪਾਂ ਘਟਾ ਲੈਂਦੇ ਹਾਂ ਇੱਥੋਂ। ਜੇ ਮੈਨੂੰ 20 ਕਰ ਦੇਵਾਂ, ਬਾਹਲਾ ਵੱਡਾ ਨਹੀਂ ਬਣੂਗਾ, 20 ਕਰ ਦਿੰਦੇ ਹਾਂ। ਹੋਰ ਘਟਾ ਲਓ, 10 ਕਰ ਦਿਓ, ਇਟ ਲੁਕਸ ਕੰਪੈਰੇਟਿਵਲੀ ਬੈਟਰ।
ਆਊਟਲਾਈਨ ਇਹਦੀ ਹੈ ਹੀ ਨਹੀਂ ਗੀ, ਫਿਲ ਕਲਰ ਆਊਟਲਾਈਨ ਸਾਰੀ ਰੈਡ ਹੈ ਹੀ ਨਹੀਂ, ਤਾਂ ਵੀ ਕਹਿ ਸਕਦੇ ਸੀ ਕਿ ਆਊਟਲਾਈਨ ਰੈਡ ਹੈ। ਆਪਾਂ ਇੱਥੇ ਵੀ ਐਂ ਕਹਿ ਸਕਦੇ ਹਾਂ, ਜਿਹੜਾ ਕੰਟਰੋਲ ਆਬਜੈਕਟ ਹੈ ਨਾ ਸਭ ਤੋਂ ਥੱਲੇ ਵਾਲਾ, ਵਿਚਕਾਰ ਵਾਲਾ, ਹਾਂ ਸਿਲੈਕਟ ਹੋ ਗਿਆ। ਤੇ ਇੱਥੇ ਜੇ ਆਪਾਂ ਆਊਟਲਾਈਨ ਬੰਦ ਹੀ ਕਰ ਦਈਏ ਕਿ ਆਊਟਲਾਈਨ ਆਵੇ ਹੀ ਨਾ, ਤੇ ਹੁਣ ਅਪਲਾਈ ਕਰੀਏ ਤਾਂ ਆਊਟਲਾਈਨ ਤੋਂ ਬਗੈਰ ਆ ਗਿਆ, ਕੋਈ ਫਰਕ ਨਹੀਂ ਖਾਸ ਪਿਆ, ਥੋੜ੍ਹਾ ਫਰਕ ਪੈਣਾ ਸੀਗਾ। ਆਊਟਲਾਈਨ ਪਹਿਲਾਂ ਹੈ ਸੀ ਉਹੀ ਰੈੱਡ, ਹੁਣ ਹੈ ਹੀ ਨਹੀਂ, ਉਹ ਜਿਹੜੀ ਆਊਟਲਾਈਨ ਹੈ ਹੀ ਬਰੀਕ। ਤੇ ਆਪਾਂ ਨੇ ਕੰਟੂਰ ਦੇ ਵਿੱਚ ਕਲਰਸ ਦੇ ਵਿੱਚ ਉਹਦੀ ਆਊਟਲਾਈਨ ਦਾ ਕਲਰ ਕੀਤਾ ਹੋਇਆ, ਪਰ ਆਊਟਲਾਈਨ ਹੈ ਹੀ ਨਹੀਂ ਗੀ, ਇਹਦਾ ਕੋਈ ਫਰਕ ਨਹੀਂ ਪੈਣਾ ਹੈਗਾ। ਆਊਟਲਾਈਨ ਆਬਜੈਕਟ ਦੀ ਹੈ ਨਹੀਂ ਗੀ ਤੇ ਬਾਹਰਲੇ ਆਬਜੈਕਟਾਂ ਦੀ ਵੀ ਨਹੀਂ ਬਣਨੀ, ਕਿਉਂਕਿ ਉਹਦੀ ਕਾਪੀ ਹੋ ਕੇ ਆਈ ਹੋਈ ਹੈ। ਸੋ ਆਈ ਹੋਪ ਯੂ ਅੰਡਰਸਟੈਂਡ ਕਿ ਕੰਟੂਰ ਦਾ ਕੀ ਕੰਮ ਹੈ। ਜਿਹੜਾ ਡਿਸਟੋਰਸ਼ਨ ਇਫੈਕਟ ਹੈ, ਡਿਸਟੋਰਟ ਕਰਨਾ, ਉਹਦੇ ਵਿੱਚ ਤੁਸੀਂ ਜਦੋਂ ਡਿਸਟੋਰਟ ਟੂਲ ਯੂਜ਼ ਕਰਕੇ, ਜਿੱਦਾਂ ਇੱਥੇ ਆਪਾਂ ਕਰ ਹੀ ਲੈਂਦੇ ਹਾਂ, ਮੰਨ ਲਓ ਮੈਂ ਇੱਕ ਸਰਕਲ ਬਣਾ ਲਿਆ ਅਤੇ ਆਪਾਂ ਨੂੰ ਇਫੈਕਟ ਨੂੰ ਬੈਟਰ ਸਮਝ ਲਵਾਂਗੇ। ਹੁਣ ਤੁਸੀਂ ਡਿਸਟੋਰਸ਼ਨ ਇਫੈਕਟ 'ਤੇ ਜਾਓ, ਇਹਦੇ ਵਿੱਚ ਤੁਸੀਂ ਦੇਖੋ ਇਹ ਤਿੰਨ ਚੀਜ਼ਾਂ ਨੇ, ਇੱਕ ਹੈਗੀ ਆ ਪੁਸ਼ ਐਂਡ ਪੁੱਲ ਡਿਸਟੋਰਸ਼ਨ, ਇੱਕ ਹੈਗੀ ਆ ਜ਼ਿਪਰ ਡਿਸਟੋਰਸ਼ਨ, ਇੱਕ ਹੈਗੀ ਆ ਟਵਿਸਟਰ ਡਿਸਟੋਰਸ਼ਨ। ਮੰਨ ਲਓ ਆਪਾਂ ਨੇ ਇਸ ਵੇਲੇ ਚੂਜ਼ ਕੀਤਾ ਪੁਸ਼ ਐਂਡ ਪੁੱਲ। ਇਹਦਾ ਕੰਮ ਕੀ ਆ, ਜਿਹੜੀਆਂ ਇਹਦੀਆਂ ਐਜਸ ਨੇ, ਮਤਲਬ ਜਿਹੜੀ ਇਹਦੀ ਆਊਟਲਾਈਨ ਹੈ, ਆਊਟਲਾਈਨ ਨੂੰ ਆਪਾਂ ਜਾਂ ਤਾਂ ਬਾਹਰ ਵੱਲ ਨੂੰ ਜਾਂ ਅੰਦਰ ਵੱਲ ਨੂੰ ਪੁਸ਼ ਐਂਡ ਪੁੱਲ ਕਰ ਸਕਦੇ ਹਾਂ। ਤੁਸੀਂ ਦੇਖੋ ਇਹਦਾ ਇਫੈਕਟ ਦਾ ਕੀ ਕੰਮ ਹੈ, ਆਪਾਂ ਇਹਨੂੰ ਬਾਹਰ ਵੱਲ ਨੂੰ ਖਿੱਚ ਲਿਆ ਤੇ ਜੇ ਅੰਦਰ ਵੱਲ ਨੂੰ ਖਿੱਚੀਏ ਫਿਰ, ਜਾਂ ਬਾਹਰ ਵੱਲ ਨੂੰ ਖਿੱਚੀਏ ਜਾਂ ਅੰਦਰ ਵੱਲ ਨੂੰ ਖਿੱਚੀਏ, ਇੱਕ ਨਵੀਂ ਸ਼ੇਪ ਬਣ ਜਾਂਦੀ ਹੈ। ਸਟਿਲ ਇਹ ਪਹਿਲਾਂ ਵੀ ਰੈਕਟੈਂਗਲ ਸੀ, ਹੁਣ ਵੀ ਰੈਕਟੈਂਗਲ ਹੈ। ਇਸ ਰੈਕਟੈਂਗਲ ਦੇ ਉੱਤੇ ਡਿਸਟੋਰਸ਼ਨ ਇਫੈਕਟ ਅਪਲਾਈ ਹੋ ਗਿਆ ਜੀ। ਇੱਥੇ ਇਹ ਵੀ ਦੇਖੋ, ਇਹਦੇ ਵਿੱਚ ਪ੍ਰੀਸੈਟ ਵੀ ਬਹੁਤ ਪਏ ਨੇ। ਆਪਾਂ ਇਹਨਾਂ 'ਚੋਂ ਵੀ ਪੁਸ਼ ਐਂਡ ਪੁੱਲ ਜੇ ਯੂਜ਼ ਕਰੀਏ ਇੱਦਾਂ, ਆਹ ਪੁਸ਼ ਐਂਡ ਪੁੱਲ ਦਾ ਕੰਮ ਇਹ ਹੈ ਕਿ ਆਪਾਂ ਕਿਸੇ ਆਬਜੈਕਟ ਨੂੰ, ਮੰਨ ਲਓ ਮੈਂ ਇਹੀ ਅਪਲਾਈ ਇਹ 'ਤੇ ਕਰਤਾ ਤਾਂ ਇਹ ਅਪਲਾਈ ਹੋ ਗਿਆ। ਇੱਦਾਂ ਹੀ ਮੰਨ ਲਓ ਮੈਂ ਇਹ ਅਪਲਾਈ ਕੀਤਾ, ਇਸ ਤਰ੍ਹਾਂ ਇਹ ਬਣ ਗਿਆ। ਤੋ ਜਿਹੜੀ ਚੀਜ਼ਾਂ ਇਹ ਰੈਡੀਮੇਡ ਪਏ ਨੇ, ਯੂ ਕੈਨ ਮੇਕ ਆਪਣੇ ਹਿਸਾਬ ਨਾਲ, ਜਿਵੇਂ ਤੁਸੀਂ ਚਾਹੁੰਦੇ ਹੋ ਇਹਨੂੰ ਉਵੇਂ ਪੁੱਲ ਐਂਡ ਪੁਸ਼ ਕਰ ਸਕਦੇ ਹੋ। ਜੀ ਤੇ ਦੂਸਰਾ ਇਫੈਕਟ, ਇਹਨੂੰ ਆਪਾਂ ਇੱਕ ਵਾਰੀ ਕਲੀਅਰ ਕਰ ਦਿੰਦੇ ਹਾਂ। ਇਫੈਕਟ ਮੈਨੂ ਦੇ ਵਿੱਚ ਕਮਾਂਡ ਹੈ ਕਲੀਅਰ ਡਿਸਟੋਰਸ਼ਨ। ਜਦੋਂ ਇਹ ਕਮਾਂਡ ਦਿੱਤੀ ਤਾਂ ਇੱਕ ਇਫੈਕਟ ਕੈਂਸਲ ਹੋ ਗਿਆ, ਉਹਦੇ ਉੱਤੇ ਹੋਰ ਲੱਗਿਆ ਹੈ। ਕੀ ਹੋਇਆ ਨਾ, ਪਹਿਲਾਂ ਇੱਕ ਆਬਜੈਕਟ ਸਰਕਲ ਸੀ ਜਾਂ ਐਲਿਪਸ ਸੀ, ਐਲਿਪਸ ਦੇ ਉੱਤੇ ਇੱਕ ਵਾਰੀ ਇਫੈਕਟ ਲੱਗ ਗਿਆ, ਦੁਬਾਰਾ ਫਿਰ ਉਹਦੇ ਉੱਤੇ ਫਿਰ ਆਪਾਂ ਇਫੈਕਟ ਲਗਾਇਆ, ਤਾਂ ਕੱਲਾ ਆਪਾਂ ਨੂੰ ਹਟਾ ਸਕਦੇ ਹਾਂ ਡਿਸਟੋਰਸ਼ਨ ਇਫੈਕਟ ਜਿੰਨੀ ਵਾਰੀ ਵੀ ਲਗਾਇਆ। ਅਗੇਨ ਆਪਾਂ ਵਾਪਸ ਐਲਿਪਸ 'ਤੇ ਆ ਗਏ। ਹੁਣ ਇਹਦੇ 'ਤੇ ਆਪਾਂ ਦੂਜਾ ਦੇਖਦੇ ਹੈਗੇ ਹਾਂ ਜ਼ਿਪਰ। ਜ਼ਿਪਰ ਦਾ ਕੀ ਕੰਮ ਹੈ, ਇੱਕ ਵਾਰ ਤੁਹਾਨੂੰ ਮੈਂ ਹੈਲਪ ਦਿਖਾਉਣਾ। ਜ਼ਿਪਰ ਲੈਟਸ ਯੂ ਟੂ ਅਪਲਾਈ ਸਾਰ ਟੂਥ ਇਫੈਕਟ। ਜਿਵੇਂ ਆਰਾ ਹੈ ਨਾ, ਉਹਦੇ ਉੱਤੇ ਜਿਹੜੇ ਦੰਦੇ ਲੱਗੇ ਹੁੰਦੇ ਨਾ, ਉੱਦਾਂ ਦਾ ਇਫੈਕਟ ਦੇਣ ਲਈ ਐਜਸ ਦੇ ਉੱਤੇ ਯੂ ਕੈਨ ਐਡਜਸਟ ਦੀ ਐਂਪਲੀਟਿਊਡ ਐਂਡ ਫ੍ਰੀਕੁਐਂਸੀ ਆਫ ਦੀ ਇਫੈਕਟ। ਤੋ ਇਸ ਨੂੰ ਆਪਾਂ ਇੱਥੇ ਵਰਤ ਕੇ ਦੇਖਦੇ ਹਾਂ। ਆਪਾਂ ਨੇ ਇੱਥੋਂ ਚੂਜ਼ ਕਰ ਲਿਆ ਜ਼ਿਪਰ। ਹੁਣ ਆਪਾਂ ਇਹਦੇ 'ਤੇ ਅਪਲਾਈ ਕਰਦੇ ਹਾਂ ਤਾਂ ਤੁਹਾਨੂੰ ਦਿਖ ਰਿਹਾ ਨਾ ਕਿ ਇਹ ਮੈਮਰੀ ਲੋ, ਇਹ ਤਾਂ ਕੋਈ ਕੋਰਲ ਦੀ ਮੈਮਰੀ 'ਚ ਪ੍ਰੋਬਲਮ ਆਈ ਹੈ। ਐਨੀਵੇ, ਤੋ ਆਪਾਂ ਉਸ ਆਬਜੈਕਟ ਦੇ ਉੱਤੇ ਅਪਲਾਈ ਕੀਤਾ ਦੰਦਿਆਂ ਵਾਂਗੂ, ਉਹਦੇ ਉੱਤੇ ਬਾਰ-ਬਾਰ ਨੂੰ ਅੰਦਰ ਵੱਲ ਨੂੰ ਜਿਵੇਂ ਦਾ ਇਫੈਕਟ ਚਾਹੀਏ ਉਵੇਂ ਦਾ ਦੇ ਸਕਦੇ ਹਾਂ। ਜਦੋਂ ਆਪਾਂ ਇੱਕ ਵਾਰੀ ਅਪਲਾਈ ਕਰਤਾ, ਉਸ ਤੋਂ ਬਾਅਦ ਫਿਰ ਜੇ ਦੁਬਾਰਾ ਦਿੰਦੇ ਤਾਂ ਉਹਦੇ ਉੱਤੇ ਫਰਦਰ ਅਪਲਾਈ ਹੋ ਜਾਂਦਾ ਹੈ। ਤਾਂ ਯਾਨੀ ਕਿ ਜੇ ਆਪਾਂ ਇਫੈਕਟ 'ਚ ਜਾ ਕੇ ਡਿਸਟੋਰਸ਼ਨ ਨੂੰ ਕਲੀਅਰ ਕਰਨਾ ਆ, ਇੱਕ ਵਾਰੀ ਮੈਮਰੀ ਲੋ, ਅਗੇਨ ਆਪਾਂ ਕਲੀਅਰ ਕਰਦੇ ਹਾਂ, ਫਿਰ ਪਹਿਲਾਂ ਵਾਂਗੂ ਬਣ ਗਿਆ। ਯਾਨੀ ਜੇ ਆਪਾਂ ਉਸੇ 'ਤੇ ਆਬਜੈਕਟ ਉੱਤੇ ਅਪਲਾਈ ਕਰਨਾ ਆ ਤਾਂ ਮੈਂ ਇਹ ਕਹੂੰਗਾ ਵੀ ਇੱਕ ਵਾਰੀ ਡਿਸਟੋਰਸ਼ਨ ਇਫੈਕਟ 'ਤੇ ਗਏ, ਇੱਥੋਂ ਦੰਦੇ ਵਾਲਾ ਚੂਜ਼ ਕਰ ਲਿਆ ਜ਼ਿਪਰ, ਹੁਣ ਇੱਕ ਵਾਰੀ ਅਪਲਾਈ ਕਰ ਲਓ ਜਿਵੇਂ ਦਾ ਚਾਹੀਦਾ ਹੈ। ਜੇ ਨਹੀਂ ਪਸੰਦ ਤਾਂ ਕਲੀਅਰ ਕਰਕੇ ਦੁਬਾਰਾ ਫਿਰ ਅਪਲਾਈ ਕਰ ਲਓ। ਜੇ ਇਹ 'ਤੇ ਦੁਬਾਰਾ ਲਗਾਉਂਦੇ ਆ ਤਾਂ ਇਹਦੇ 'ਤੇ ਦੂਜਾ ਨਵਾਂ ਲੱਗ ਜਾਂਦਾ ਹੈ। ਇਹ ਉਹਨੂੰ ਮੈਂ ਚੇਂਜ ਕੀਤਾ, ਨਵਾਂ ਹੀ ਲਾਇਆ, ਉਹਨੂੰ ਚੇਂਜ ਕੀਤਾ। ਉਹਦੇ ਵਿੱਚ ਆਪਣੇ ਆਪ ਫ੍ਰੀਕੁਐਂਸੀ ਵਧਾ ਲਈ। ਫ੍ਰੀਕੁਐਂਸੀ ਵਧਾਉਣ ਵਾਸਤੇ ਇੱਥੋਂ ਆਪਾਂ ਅੰਦਰ ਨੂੰ ਉਹਨੇ ਫ੍ਰੀਕੁਐਂਸੀ ਵਧ ਰਹੀ ਹੈ, ਉਹ ਬਾਹਰ ਨੂੰ ਲੈ ਜਾਂਦੇ ਤਾਂ ਫ੍ਰੀਕੁਐਂਸੀ ਘੱਟ ਰਹੀ ਹੈ। ਜਿਹੜਾ ਇਹਦਾ ਸੈਂਟਰ ਹੈ
ਇਹ ਆਪਾਂ ਵਿਚਕਾਰ ਵੀ ਕਰ ਸਕਦੇ ਹਾਂ, ਸੈਂਟਰ ਆਫ ਦੀ, ਜਿੱਥੋਂ ਦੰਦੇ ਲੱਗਣੇ ਸ਼ੁਰੂ ਹੋਣ, ਕਿੰਨੇ ਲੱਗਣ, ਵੱਧ ਘੱਟ। ਦੰਦਾਂ ਦੀ ਇੱਥੋਂ ਡੂੰਘਾਈ ਵਧਾ ਸਕਦੇ ਹਾਂ, ਘਟਾ ਸਕਦੇ ਹਾਂ, ਡੂੰਘਾਈ ਘੱਟ ਜੂਗੀ। ਤੋ ਇਹ ਮਿਲਿਆ। ਆਪਾਂ ਇੱਕ ਵਾਰੀ ਫਿਰ ਸਰਕਲ ਬਣਾਉਂਦੇ ਹਾਂ ਨਵਾਂ, ਕੋਈ ਐਲਿਪਸ ਬਣਾਉਂਦੇ ਹਾਂ ਨਵਾਂ। ਇਹਦੇ 'ਤੇ ਫਿਰ ਇੱਕ ਤੀਜਾ ਵੀ ਇਫੈਕਟ ਲਗਾ ਕੇ ਦੇਖ ਲਈਏ। ਇਹ ਹੈਗਾ ਟਵਿਸਟਰ। ਟਵਿਸਟਰ ਜਿਵੇਂ ਮੰਨ ਲਓ ਚੱਕਰੀ ਘੁੰਮਦੀ ਆ, ਆਪਾਂ ਇਹਨੂੰ ਘੁਮਾਉਂਦੇ ਹਾਂ, ਇਸ ਤਰ੍ਹਾਂ ਘੁਮਾਈ ਚੱਲੋ, ਉਹਦਾ ਇਹ ਬਣ ਗਿਆ। ਜੇ ਆਪਾਂ ਇਹ ਇਫੈਕਟ ਨੂੰ ਕੈਂਸਲ ਕਰਨਾ ਹੋਵੇ ਫਿਰ ਕੀ ਕਰੀਏ? ਅੱਛਾ, ਆ ਕੀ ਹੈ, ਇਹਦੇ 'ਤੇ ਫਰਦਰ ਚੇਂਜਸ ਕਰ ਸਕਦੇ ਹਾਂ। ਓਕੇ, ਸੈਂਟਰ ਆਫ ਰੋਟੇਸ਼ਨ ਇੱਥੋਂ ਘੁੰਮੇ, ਅਤੇ ਇਹਨੂੰ ਆਪਾਂ ਕਲੀਅਰ ਕਰਕੇ ਦੇਖੀਏ। ਜਦੋਂ ਆਪਾਂ ਇਫੈਕਟ ਜਾ ਕੇ ਕਲੀਅਰ ਡਿਸਟੋਰਸ਼ਨ ਕਹਿੰਦੇ ਹਾਂ ਤਾਂ ਡਿਸਟੋਰਸ਼ਨ ਹਟ ਗਈ, ਇੱਕ ਲਾਸਟ ਵਾਲਾ ਇਫੈਕਟ ਕੈਂਸਲ ਹੋਇਆ। ਫਿਰ ਆਪਾਂ ਕਲੀਅਰ ਡਿਸਟੋਰਸ਼ਨ, ਇੱਕ ਇਫੈਕਟ ਵਾਲਾ ਕੈਂਸਲ ਹੋ ਗਿਆ। ਇੱਦਾਂ ਹੀ ਇਹਦੇ 'ਤੇ ਵੀ ਮੈਂ ਕਲੀਅਰ ਡਿਸਟੋਰਸ਼ਨ ਕਮਾਂਡ ਦੇਵਾਂ ਤਾਂ ਡਿਸਟੋਰਸ਼ਨ ਕੈਂਸਲ ਹੋ ਜਾਵੇ। ਇੱਥੋਂ ਵੀ ਆਪਾਂ ਡਿਸਟੋਰਸ਼ਨ ਕੈਂਸਲ ਕਰ ਸਕਦੇ ਹਾਂ। ਇਫੈਕਟ ਜਾ ਕੇ ਕਲੀਅਰ ਡਿਸਟੋਰਸ਼ਨ, ਅਗੇਨ ਇਫੈਕਟ ਜਾ ਕੇ ਕਲੀਅਰ ਡਿਸਟੋਰਸ਼ਨ, ਅਗੇਨ ਜਿੰਨੀ ਵਾਰੀ ਅਪਲਾਈ ਕੀਤੀ ਹੋਈ ਉਨੀ ਵਾਰੀ ਕੱਲਾ ਕੱਲਾ ਕਰਨਾ ਪਊਗਾ। ਅਤੇ ਇਹ ਵੀ ਹੈ, ਮੰਨ ਲਓ ਮੈਂ ਇਹਦੇ 'ਤੇ ਇੱਕ ਵਾਰੀ ਇਫੈਕਟ ਲਗਾਤਾ, ਇਹੀ ਇਫੈਕਟ ਜੋ 'ਤੇ ਲਗਾਇਆ ਹੋਈ ਇਹ 'ਤੇ ਲਗਾਉਣਾ ਸੇਮ, ਤਾਂ ਮੈਂ ਇਹਨੂੰ ਕਾਪੀ ਵੀ ਕਰ ਸਕਦਾ ਹਾਂ। ਜਦੋਂ ਮੈਂ ਇੱਕ ਕਮਾਂਡ ਦਊਂਗਾ ਨਾ ਜੀ, ਇੱਕ ਮਿੰਟ, ਇਹਨੂੰ ਕਲਿੱਕ ਕਰ ਲਿਆ, ਮੈਂ ਚਾਹੁੰਦਾ ਕਿ ਇਹਦੇ 'ਤੇ ਅਪਲਾਈ ਹੋਣਾ ਚਾਹੀਦਾ ਹੈ। ਆਪਾਂ ਇਫੈਕਟ 'ਚ ਜਾ ਕੇ ਕਾਪੀ ਇਫੈਕਟ, ਕਾਪੀ ਡਿਸਟੋਰਸ਼ਨ ਫਰੋਮ, ਯੈਸ, ਜਿਹੜੇ ਆਬਜੈਕਟ 'ਤੇ ਅਪਲਾਈ ਕਰਨਾ ਉੱਥੇ ਪਹਿਲਾਂ ਸਿਲੈਕਟ ਕਰ ਲਓ ਉਹਨੂੰ। ਫਿਰ ਆਪਾਂ ਹੁਣ ਕਮਾਂਡ ਦਿੰਦੇ ਹਾਂ ਇਫੈਕਟ ਜਾ ਕੇ ਕਾਪੀ ਇਫੈਕਟ, ਕਾਪੀ ਡਿਸਟੋਰਸ਼ਨ ਇਫੈਕਟ ਫਰੋਮ। ਇੱਥੇ ਬਾਕੀ ਤਾਂ ਨਹੀਂ ਆ ਰਹੇ ਕਿਉਂਕਿ ਸਾਡੀ ਇਹ ਕਰੰਟ ਡਾਕੂਮੈਂਟ ਹੈ, ਕਰੰਟ ਜਿਹੜੀ ਡਰਾਇੰਗ, ਇਹਦੇ ਵਿੱਚ ਆਪਾਂ ਨੇ ਹੋਰ ਕੁਝ ਲਗਾਇਆ ਨਹੀਂ ਹੋਇਆ, ਨਾ ਪਰਸਪੈਕਟਿਵ ਪਿਆ, ਨਾ ਇਨਵੈਲਪ ਪਿਆ, ਇਕੱਲਾ ਡਿਸਟੋਰਸ਼ਨ ਇਫੈਕਟ ਅਪਲਾਈ ਕੀਤਾ ਹੋਇਆ। ਤਾਂ ਮੈਂ ਇਹਨੂੰ ਜਦੋਂ ਚੂਜ਼ ਕਰਦਾ ਕਾਪੀ ਇਫੈਕਟ, ਕਿਹੜਾ ਡਿਸਟੋਰਸ਼ਨ ਇਫੈਕਟ ਫਰੋਮ, ਜਦੋਂ ਮੈਂ ਕਮਾਂਡ ਦਊਂਗਾ ਤਾਂ ਪੁੱਛਦਾ ਕਿੱਥੋਂ ਕਾਪੀ ਕਰਾਂ। ਆਪਣੇ ਕੋਲ ਇੱਥੇ ਡਿਸਟੋਰਸ਼ਨ ਲੱਗਿਆ ਹੋਇਆ, ਇਹੀ ਡਿਸਟੋਰਸ਼ਨ ਜਿਵੇਂ ਇੱਥੇ ਜੋ ਇੱਥੇ ਸੈਟਿੰਗ ਕੀਤੀ ਹੋਈ ਹੈ ਉਹੀ ਆਪਾਂ ਨੇ NLC 'ਤੇ ਲਗਾਉਣੀ ਹੈ। ਤਾਂ ਇਸ ਡਿਸਟੋਰਸ਼ਨ ਵਾਲੇ ਆਬਜੈਕਟ ਨੂੰ ਐਗਜ਼ੈਕਟਲੀ ਕਲਿੱਕ ਕਰ ਦਿਓ, ਐਗਜ਼ੈਕਟਲੀ ਉਹਦੇ 'ਤੇ ਕਲਿੱਕ ਕਰ ਦਿਓ, ਤਾਂ ਜੋ ਡਿਸਟੋਰਸ਼ਨ ਇਹਦੇ 'ਤੇ ਅਪਲਾਈ ਕੀਤਾ ਸੀ ਉਹੀ ਡਿਸਟੋਰਸ਼ਨ ਇਹ 'ਤੇ ਅਪਲਾਈ ਹੋ ਗਿਆ। ਤੋ ਆਈ ਹੋਪ ਕਿ ਤੁਸੀਂ ਡਿਸਟੋਰਸ਼ਨ ਇਫੈਕਟ ਨੂੰ ਯੂਜ਼ ਕਰਕੇ ਫਰਦਰ ਹੋਰ ਆਪਣੀ ਨੌਲੇਜ ਵਿੱਚ, ਆਪਣੀ ਹੋਰ ਸਕਿੱਲ ਦੇ ਵਿੱਚ ਐਨਹਾਂਸਮੈਂਟ ਕਰੋਗੇ।